ਨੈਕਸਟ ਹੈ ਜਿਹੜਾ ਬੇਟਾ ਉਹ ਹੈ ਮੋਲੈਰਿਟੀ। ਇਹ ਬਹੁਤ ਇੰਪੋਰਟੈਂਟ ਹੈ ਬੇਟੇ। ਇਹ ਤੁਹਾਨੂੰ ਜਿਹੜੇ ਤੁਹਾਡੇ ਆਪਾਂ ਪ੍ਰੈਕਟੀਕਲ ਕਰਨੇ ਆ ਉਹ ਤੋਂ ਤੁਹਾਡੇ ਬਹੁਤ ਪ੍ਰੈਕਟੀਕਲੀ ਇਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈਗੀ ਹੈ। ਕਲੀਅਰ। ਮੋਲ ਫ੍ਰੈਕਸ਼ਨ ਨਾ ਮੋਲੈਰਿਟੀ ਇਹਨੂੰ ਕਿਹਦੇ ਨਾਲ ਲਿਖਦੇ ਆ ਬੇਟੇ? ਕੈਪੀਟਲ ਐਮ ਨਾਲ। ਮੋਲੈਰਿਟੀ ਕੈਪੀਟਲ ਐਮ, ਨੰਬਰ ਆਫ ਮੋਲਸ ਆਫ ਸੋਲਿਊਟ dissolved per liter of the solution। 1 ਲੀਟਰ ਸੋਲਿਊਸ਼ਨ ਦੇ ਵਿੱਚ ਕਿੰਨੇ ਮੋਲਸ ਸੋਲਿਊਟ ਦੇ ਡਿਸੋਲਵ ਕੀਤੇ ਹੋਏ ਆ ਉਹਨੂੰ ਆਪਾਂ ਕੀ ਕਵਾਂਗੇ? ਮੋਲੈਰਿਟੀ। ਤਾਂ ਨੰਬਰ ਆਫ ਮੋਲਸ ਬਹੁਤ ਤੁਹਾਡੇ ਕੰਮ ਆਉਣੇ ਆ, ਕੈਲਕੂਲੇਟ ਕਰਨੇ ਤੁਹਾਨੂੰ ਜ਼ਰੂਰ ਆਉਣੇ ਚਾਹੀਦੇ ਆ ਬੇਟੇ। ਕਿੰਨੇ ਵਾਰੀ ਆਪਾਂ ਨੰਬਰ ਆਫ ਮੋਲਸ ਦੀ ਗੱਲ ਕਰ ਚੁੱਕੇ, ਤਾਂ ਗਿਵਨ ਮਾਸ ਡਿਵਾਈਡਡ ਬਾਈ ਮੋਲਰ ਮਾਸ। ਇਹ ਤਾਂ ਤੁਹਾਨੂੰ ਹੁਣ ਰੱਟ ਗਏ ਹੋਣੇ ਕਿ ਨੰਬਰ ਆਫ ਮੋਲਸ ਕਿਵੇਂ ਕੈਲਕੂਲੇਟ ਕਰੀਦੇ ਆ। ਠੀਕ ਹੈ। ਤਾਂ ਹੁਣ ਮੋਲੈਰਿਟੀ ਨੂੰ ਆਪਾਂ ਮੈਥਮੈਟਿਕਲੀ ਜੇ ਇਹਦਾ ਫਾਰਮੂਲਾ ਲਿਖਣਾ ਹੋਵੇ ਤਾਂ ਆਪਾਂ ਕੀ ਲਿਖਾਂਗੇ? m ਇਜ਼ ਇਕੁਅਲ ਟੂ ਨੰਬਰ ਆਫ ਮੋਲਸ ਆਫ ਸੋਲਿਊਟ ਡਿਵਾਈਡਡ ਬਾਈ ਵੋਲਿਊਮ ਆਫ ਸੋਲਿਊਸ਼ਨ ਇਨ ਲੀਟਰਸ। ਲੀਟਰਸ 'ਚ ਲੈਣਾ। ਠੀਕ ਹੈ। ਪਰ ਅਸੀਂ ਸੋਲਿਊਸ਼ਨ ਸਾਡੇ ਅਸੀਂ ਹਮੇਸ਼ਾ ਲੀਟਰਸ 'ਚ ਤਾਂ ਨਹੀਂ ਵਰਤਦੇ, ਬਹੁਤ ਥੋੜ੍ਹੀ ਅਮਾਊਂਟ ਅਸੀਂ ਤਾਂ ਵਰਤਦੇ ਹਾਂ ਸੋਲਿਊਸ਼ਨਸ ਦੀ। ਤਾਂ ਆਪਾਂ ਕੀ ਲਿਖਾਂਗੇ ਫਿਰ ਇਹਦੇ? ਜੇ ਮਿਲੀ ਲੀਟਰ 'ਚ ਸਾਡੇ ਕੋਲੇ ਹੋਵੇ ਸੋਲਿਊਸ਼ਨ ਤਾਂ ਫਿਰ ਉਹਨੂੰ ਕੀ ਕਰਾਂਗੇ? ਅਸੀਂ ਲੀਟਰ 'ਚ ਕਨਵਰਟ ਕਰਾਂਗੇ। ਮਿਲੀ ਲੀਟਰ ਤੋਂ ਲੀਟਰ ਕਿਵੇਂ ਬਣਾਈ ਦੇ ਬੇਟੇ? ਉਹਨੂੰ ਅਸੀਂ 1000 ਨਾਲ ਡਿਵਾਈਡ ਕਰ ਦਾਂਗੇ। ਠੀਕ ਹੈ। ਤਾਂ ਆਪਾਂ ਇਹ m ਇਜ਼ ਇਕੁਅਲ ਟੂ ਨੰਬਰ ਆਫ ਮੋਲਸ ਆਫ ਸੋਲਿਊਟ ਡਿਵਾਈਡਡ ਬਾਈ ਵੋਲਿਊਮ ਆਫ ਦਾ ਸੋਲਿਊਸ਼ਨ ਇਨ ਮਿਲੀ ਲੀਟਰਸ ਡਿਵਾਈਡਡ ਬਾਈ 1000। ਜੇ ਡਿਵਾਈਡ ਕਰਾਂਗੇ ਤਾਂ ਕੀ ਹੈ? ਉੱਪਰ ਆ ਜਾਏਗਾ। 1000 ਨਾਲ ਅਸੀਂ ਮਲਟੀਪਲਾਈ ਕਰਤਾ। ਤਾਂ ਆਹੀ ਫਾਰਮੂਲਾ ਅਸੀਂ ਜ਼ਿਆਦਾ ਯੂਜ਼ ਕਰਦੇ ਹਾਂ ਕਿਉਂਕਿ ਸਾਡੇ ਕੋਲ ਵੋਲਿਊਮ ਮੈਕਸੀਮਮ ਟਾਈਮਸ ਸਾਡਾ ਵੋਲਿਊਮ ਕਾਹਦੇ 'ਚ ਹੁੰਦਾ ਹੈ? ਮਿਲੀ ਲੀਟਰਸ 'ਚ ਹੁੰਦਾ ਹੈ। ਤਾਂ ਸਾਨੂੰ 1000 ਨਾਲ ਮਲਟੀਪਲਾਈ ਕਰਨਾ ਹੀ ਪੈਂਦਾ ਕਿਉਂਕਿ ਅਸੀਂ ਇਹਨੂੰ ਲੀਟਰ ਬਣਾਉਣਾ ਹੈ। ਠੀਕ ਹੈ। ਨੂਮੈਰੀਕਲ ਇਹਦੇ ਵਾਸਤੇ ਆਪਾਂ ਕਰੀਏ ਜੇ ਕੈਲਕੂਲੇਟ ਮੋਲੈਰਿਟੀ ਆਫ ਸੋਡੀਅਮ ਹਾਈਡਰੋਕਸਾਈਡ ਇਨ ਦਾ ਸੋਲਿਊਸ਼ਨ prepared by dissolving 4 grams of NaOH in enough of water to form 250 ml of the solution। ਮਤਲਬ ਟੋਟਲ ਸੋਲਿਊਸ਼ਨ ਹੈ ਸਾਡਾ ਕੋਲੇ ਕਿੰਨਾ ਹੈ? 250 ml ਵੋਲਿਊਮ ਦੇਤਾ ਸੋਲਿਊਸ਼ਨ ਦਾ ਤੇ ਮਾਸ ਦੇਤਾ ਸੋਲਿਊਟ ਦਾ। ਠੀਕ ਹੈ ਬੇਟੇ। ਤਾਂ ਸਾਨੂੰ ਕੀ ਹੈ? ਸੋਲਿਊਟ ਦਾ ਮਾਸ ਦੇਤਾ ਤੇ ਸੋਲਿਊਸ਼ਨ ਦਾ ਵੋਲਿਊਮ ਦੇਤਾ। ਹੁਣ ਅਸੀਂ ਫਾਰਮੂਲਾ ਜੇ ਲਗਾਈਏ ਤਾਂ ਨੰਬਰ ਆਫ ਮੋਲਸ ਆਫ NaOH ਅਸੀਂ NB ਨਾਲ ਲਿਖਾਂਗੇ ਕਿਉਂਕਿ ਸੋਲਿਊਟ ਨੂੰ ਅਸੀਂ ਹਮੇਸ਼ਾ ਕੀ ਲਿਖਣਾ ਹੈ? NB ਨੰਬਰ ਆਫ ਮੋਲਸ ਆਫ ਸੋਲਿਊਟ ਡਿਵਾਈਡਡ ਬਾਈ ਵੋਲਿਊਮ ਆਫ ਸੋਲਿਊਸ਼ਨ ਇਨ ਲੀਟਰਸ ਲੈਣਾ। ਆਪਾਂ ਕੀ ਲੈਣਾ? ਲੀਟਰਸ। ਹੁਣ ਆਪਾਂ ਸਾਡੇ ਕੋਲੇ ਕੀ ਹੈ? ਨੰਬਰ ਆਫ ਮੋਲਸ ਤਾਂ ਹੈ ਨਹੀਂ, ਉਹ ਸਾਨੂੰ ਕੈਲਕੂਲੇਟ ਕਰਨੇ ਪੈਣਗੇ। ਤਾਂ ਆਪਾਂ ਕਿਵੇਂ ਕੈਲਕੂਲੇਟ ਕਰਾਂਗੇ ਬੇਟੇ? ਨੰਬਰ ਆਫ ਮੋਲਸ ਕਿਵੇਂ ਕੱਢੀ ਦੇ ਹੈ? ਗਿਵਨ ਮਾਸ ਡਿਵਾਈਡਡ ਬਾਈ ਮੋਲਰ ਮਾਸ। ਤਾਂ ਆਪਾਂ ਕੀ ਲਿਖਾਂਗੇ? WB ਅਪੋਨ MB। ਗਿਵਨ ਮਾਸ ਨੂੰ ਹਮੇਸ਼ਾ WB ਨਾਲ ਲਿਖਣਾ ਹੈ ਤੇ ਮੋਲਰ ਮਾਸ ਨੂੰ ਹਮੇਸ਼ਾ MB ਨਾਲ ਲਿਖਣਾ ਹੈ। ਜਿੱਥੇ M ਆ ਗਿਆ ਤਾਂ ਮਤਲਬ ਕੀ ਲਿਖੋਗੇ ਤੁਸੀਂ? ਮੋਲਰ ਮਾਸ। ਇਹ ਕਿਹਦੇ ਹੈ? ਸੋਲਿਊਟ ਦਾ NaOH ਦਾ। ਹੁਣ ਆਪਾਂ WB ਸਾਨੂੰ ਪਤਾ ਹੈ ਗਿਵਨ ਹੈ 4 ਗ੍ਰਾਮਸ ਹੈ, ਪਰ MB ਕੀ ਹੈ? ਅਸੀਂ ਕੈਲਕੂਲੇਟ ਕਰ ਲਾਂਗੇ। ਮੋਲਰ ਮਾਸ ਤਾਂ ਸਾਨੂੰ ਕੱਢਣਾ ਹੁੰਦਾ ਹੈ। ਕੀ ਕਰਾਂਗੇ? ਸਾਰਿਆਂ ਦੇ ਮਾਸਿਸ ਨੂੰ ਜੋੜ ਦਿਓ। N ਦੇ ਮਾਸ ਕਿੰਨਾ ਹੁੰਦਾ ਹੈ? 23 ਤੇ O ਦਾ ਕਿੰਨਾ ਹੁੰਦਾ ਹੈ? 16। H ਦਾ ਕਿੰਨਾ ਹੁੰਦਾ ਹੈ? 1। ਤਾਂ ਕੀ ਆ ਗਿਆ? 40 ਗ੍ਰਾਮਸ। ਤਾਂ ਇਹ ਕੀ ਆ ਗਿਆ ਤੁਹਾਡੇ ਕੋਲੇ? ਮੋਲਰ ਮਾਸ ਆਫ NaOH। ਤਾਂ ਆਪਾਂ NB ਕੱਢ ਲਿਆ। ਮਾਸ ਕਿੰਨਾ ਹੈ? 4 ਗ੍ਰਾਮਸ ਡਿਵਾਈਡਡ ਬਾਈ ਮੋਲਰ ਮਾਸ 4 ਅਪੋਨ 40 ਇਜ਼ ਇਕੁਅਲ ਟੂ 0.1। ਤਾਂ 0.1 ਕੀ ਆ ਗਏ? ਨੰਬਰ ਆਫ ਮੋਲਸ। ਹੁਣ ਆਪਾਂ ਕੀ ਕਰਾਂਗੇ? ਇੱਥੇ ਪੁੱਟ ਕਰ ਦਿਓ ਵੈਲਿਊਜ਼। ਨੰਬਰ ਆਫ ਮੋਲਸ ਕਿੰਨੇ ਆ ਗਏ? 0.1 ਡਿਵਾਈਡਡ ਬਾਈ ਵੋਲਿਊਮ ਆਫ ਸੋਲਿਊਸ਼ਨ 250 ml। ml ਹੈ ਤਾਂ ਕੀ ਕਰਾਂਗੇ? 1000 ਨਾਲ ਆਹ ਵਾਲਾ ਫਾਰਮੂਲਾ ਲਗਾਵਾਂਗੇ। 1000 ਨਾਲ ਮਲਟੀਪਲਾਈ ਕਰਦਾ ਕਿਉਂਕਿ ਸਾਨੂੰ ਪਤਾ ਹੈ ਕਿ ਜਦੋਂ ਵੀ ਅਸੀਂ ਵੋਲਿਊਮ ਨੂੰ ml 'ਚ ਲਵਾਂਗੇ ਤਾਂ ਆਪਾਂ ਕੀ ਕਰਾਂਗੇ? ਇੱਥੇ ਵੋਲਿਊਮ ਆਫ ਸੋਲਿਊਸ਼ਨ ਇਨ ਲੀਟਰਸ ਇੱਥੇ ਜੇ ਲਵਾਂਗੇ ਆਪਾਂ। ਠੀਕ ਹੈ। ਪਰ ਜੇ ਆਪਾਂ ml 'ਚ ਲਿਆ ਤਾਂ 1000 ਨਾਲ ਮਲਟੀਪਲਾਈ ਕਰਾਂਗੇ। ਉਹਨੂੰ ਲੀਟਰ ਬਣਾਉਣਾ ਹੀ ਬਣਾਉਣਾ ਹੈ। ਠੀਕ ਹੈ। ਤਾਂ ਇਹ ਤੁਹਾਡੇ ਕੋਲੇ ਕੀ ਆ ਗਿਆ? 0.4 ਮੋਲ ਪਰ ਲੀਟਰ। ਮੋਲ ਪਰ ਲੀਟਰ। ਜੇ ਤੁਹਾਨੂੰ ਆਹ ਚੀਜ਼ ਦਿੱਤੀ ਹੋਈ ਹੋਵੇ ਤਾਂ ਇਹਦਾ ਮਤਲਬ ਕੀ ਹੈ ਕਿ ਤੁਹਾਨੂੰ ਨੰਬਰ ਆਫ ਮੋਲਸ ਦਿੱਤੇ ਹੋਏ ਹੈ। M ਇਜ਼ ਇਕੁਅਲ ਟੂ 4 ਮੋਲਸ ਪਰ ਲੀਟਰ। ਮੋਲਸ ਪਰ ਲੀਟਰ। 1 ਲੀਟਰ 'ਚ ਕਿੰਨੇ ਮੋਲ ਸੋਲਿਊਟ ਦੇ ਡਿਸੋਲਵ ਹੋਏ ਹੈ। ਜਾਂ ਇਹਨੂੰ ਕੀ ਲਿਖ ਸਕਦੇ ਆਪਾਂ? 0.4 M ਕੈਪੀਟਲ M। M ਦਾ ਮਤਲਬ ਮੋਲਰ। ਇੰਨੇ ਮੋਲਰ ਸੋਲਿਊਸ਼ਨ ਹੈਗਾ। ਕਲੀਅਰ ਹੋ ਗਿਆ? ਮੋਲੈਰਿਟੀ ਆਫ ਸੋਲਿਊਸ਼ਨ ਡਿਪੈਂਡਸ ਅਪੋਨ ਟੈਂਪਰੇਚਰ। ਹੁਣ ਮੋਲੈਰਿਟੀ ਹੈ ਜਿਹੜੀ ਬੇਟੇ ਟੈਂਪਰੇਚਰ ਡਿਪੈਂਡੈਂਟ ਹੁੰਦੀ ਹੈ। ਜਿਵੇਂ ਮੋਲ ਫ੍ਰੈਕਸ਼ਨ ਇੰਡੀਪੈਂਡੈਂਟ ਸੀ, ਇਹ ਕੀ ਹੈ? ਟੈਂਪਰੇਚਰ ਡਿਪੈਂਡੈਂਟ ਹੈ ਬਿਕੋਜ਼
वॉल्यूम ऑफ सोल्यूशन इज़ टैंपरेचर डिपेंडेंट, क्योंकि ये असीं की लिया वॉल्यूम ऑफ सोल्यूशन। तो वॉल्यूम है जिहड़ा बेटे की हुंदा टैंपरेचर दे नाल वध घट जाता है, चेंज होंदा रहिंदा वॉल्यूम। तो इस करके ये टैंपरेचर डिपेंडेंट है। ये मतलब टैंपरेचर के बदल घटन नाल मोलैरिटी फर्क हो सकती है, एक्यूरेट नहीं भी रह सकती। इसदा मतलब की कहने आपां कि टैंपरेचर डिपेंडेंट है। ठीक है, अगे बेटे आपां करना है मोलैरिटी इक्वेशन। मोलैरिटी इक्वेशन एक न्यूमेरिकल पहलां तुसीं आप कढ़ना है, वो लिखो पहला फाइंड मोलैरिटी इफ 4.9 grams of H2SO4 present in 500 ml of solution। ठीक है, तुसीं इहदी मोलैरिटी है जिहड़ी वो कैलकुलेट करनी है। क्लीयर हो गया। अगे आपां करनी है मोलैरिटी इक्वेशन। हुण आपां करदे हां मोलैरिटी ऑफ डाइल्यूशन। मतलब की है कि जे सानूं एक गिवन सोल्यूशन है उहदे विच असीं पानी ऐड करता तो उहनूं डाइल्यूट करता, तो आपां उहदी किवें मोलैरिटी कैलकुलेट करांगे। ठीक है, सपोज करो तुहाडे कोल एक सोल्यूशन है, उहदी मोलैरिटी M1 है, वॉल्यूम उहदा V1 है, उहदे विच नंबर ऑफ मोल्स पाए है तुसीं N। समझ आई इस चीज़ की? N मोल्स लैके एक सोल्यूशन बनाया है, उहदी मोलैरिटी M1 है तो V1 उहदा वॉल्यूम है। सपोज कर लिया असीं। हुण असीं इसे जिहड़ा सोल्यूशन लिया सी उहदे विच असीं वाटर होर ऐड करता, मतलब कि उहनूं डाइल्यूट करता। हुण उहदी जिहड़ा मोलैरिटी की बन गई M2, वॉल्यूम की बन गया बेटे V2, पर नंबर ऑफ मोल्स हुण की है सेम है। जिन्ने असीं तो इहदे विच होर कुछ नहीं पाया, नंबर ऑफ मोल्स सल्यूट उही है जो पहलां सी, हुण भी नंबर ऑफ मोल्स उन्ने ही है, पर असीं की कीता सिर्फ वाटर ऐड किया, वॉल्यूम वध गया, वॉल्यूम चेंज हो गया, मोलैरिटी चेंज अपने आप हो जाएगी क्योंकि नंबर ऑफ मोल्स पर यूनिट वॉल्यूम हुंदा है जिहड़ा आपां लैंदे हां। ठीक है, तो इहदे नाल मोलैरिटी है जिहड़ी ओह चेंज हो जाएगी। हुण आपां मोलैरिटी इक्वेशन इत्थे की लाउणी है बेटे, जिन्हों असीं मोलैरिटी ऑफ डाइल्यूशन कह दिंदे हां, M1V1 इज़ इक्वल टू M2V2। M1V1 दोनों की प्रोडक्ट हमेशा की रहिंदी है, कॉन्सटेंट रहिंदी है। M1V1 इज़ इक्वल टू M2V2। हुण किवें आया बेटे, जे हुण आपां इत्थों लईए M1 जे असीं कैलकुलेट करिए तो M1 नूं असीं किवें लिख सकते हैं बेटे, मोलैरिटी की हुंदी है नंबर ऑफ मोल्स डिवाइडेड बाय वॉल्यूम। नंबर ऑफ मोल कितने हैं N है, वॉल्यूम कितना है V1 है, तो ये मोलैरिटी आ गई। इस तरह असीं ਇਹਦੀ M2 ਕੱਢੀਏ, ਇਹਦੀ मोलैरिटी ਕੱਢੀਏ, मोलैरिटी की ਹੁੰਦੀ ਹੈ नंबर ऑफ मोल्स डिवाइडेड बाय वॉल्यूम। तो नंबर ऑफ मोल्स कितने हैं ਹੁਣ भी N ही है, वॉल्यूम कितना हो गया V2 हो गया। ठीक है, ਹੁਣ ਇੱਥੋਂ ਆਪਾਂ नंबर ऑफ मोल्स जे कैलकुलेट करिए तो नंबर ऑफ मोल्स किहदे बराबर आ गए M1 इंटू V1। ਇੱਥੋਂ भी नंबर ऑफ मोल्स की आ गए N1 इंटू M2 इंटू V2। तो पर नंबर ऑफ मोल्स की है सेम है, ये तो चेंज किया ही नहीं असी। तो इस करके की हो गया M1V1 इज़ इक्वल टू M2V2। M1V1 इज़ इक्वल टू M2V2, इनू कहने असी मोलैरिटी इक्वेशन। एक मोलैरिटी वाले सोल्यूशन तो असी दूजी मोलैरिटी वाला सोल्यूशन, दूजे सोल्यूशन की मोलैरिटी है जी असी कैलकुलेट कर सकते हैं। जे असी उन्होंने डाइल्यूट कर दईए तो असी उहदी मोलैरिटी कैलकुलेट कर सकांगे। ठीक है, जिवें न्यूमेरिकल है बेटे तुहाडे कोले 2 मोलर 100 ml of HNO3 solution is diluted with 100 ml of water। मतलब असी 0.2 मोलर 100 ml नाइट्रिक एसिड का सोल्यूशन लिया, ਉਹਦੇ ਵਿੱਚ ਅਸੀਂ 100 ml पानी होर पाता। फाइंड न्यू मोलैरिटी, नवी मोलैरिटी की होएगी पानी पाने तो बाद। मतलब कि आही दो चीज़ां फिर लैनियां आपां। M1 कितना हो गया 0.2 गिवन है, वॉल्यूम कितना है 100 ml, ये तो दिती हुई चीज़ है। दूजा जो M2 की है असी कैलकुलेट करनी है, नवी मोलैरिटी तो कढ़नी है। V2 कितना हो गया बेटे 100 पहला सी, 100 ml पानी उहदे विच असी होर पाता तो कितना बन गया 200 ml। तो इक्वेशन लगाओ M1V1 इज इक्वल टू M2V2। M1 दी V1 दी वैल्यू पुट करो, V2 दी वैल्यू पुट, M2 इत्थों कढ़ लो। M2 है जिहड़ा वो की आ गया तुहाडे कोले 1/10। ठीक है, 1/10 का मतलब 0.1 मोलर। तो नवी जी मोलैरिटी आ गई सोल्यूशन की वो की आ गई है 0.1। क्लीयर हो गया। तो M1V1 इज इक्वल टू M2V2, यही इक्वेशन लैके उत्ते सारियां दी वैल्यूज़ पुट कर दो तो तुहाडे कोले की आ जाएगा
ਨਵੇਂ ਸੋਲਿਊਸ਼ਨ ਦੀ ਮੋਲੈਰਿਟੀ ਜਿਹਨੂੰ ਤੁਸੀਂ ਡਾਇਲਿਊਟ ਕੀਤਾ ਸੀ ਪਾਣੀ ਐਡ ਕਰਕੇ। ਠੀਕ ਹੈ, ਇਹ ਆ ਗਈ ਤੁਹਾਡੇ ਕੋਲੇ M2.1 ਮੋਲਰ। ਨੈਕਸਟ ਟਰਮ ਹੈ ਬੇਟਾ ਮੋਲੈਲਿਟੀ। ਮੋਲੈਲਿਟੀ ਨੂੰ ਅਸੀਂ ਕਾਹਦੇ ਨਾਲ ਲਿਖਦੇ ਹਾਂ? ਸਮੋਲ m ਨਾਲ। ਮੋਲੈਰਿਟੀ ਨੂੰ ਆਪਾਂ ਕਾਹਦੇ ਨਾਲ ਲਿਖਿਆ ਸੀ ਬੇਟੇ? ਕੈਪੀਟਲ M ਨਾਲ। ਮੋਲੈਲਿਟੀ ਜਿੱਥੇ ਆਏਗਾ ਉਹਨੂੰ ਅਸੀਂ ਸਮੋਲ m ਨਾਲ ਲਿਖਦੇ ਹਾਂ। ਇਹ ਕੀ ਹੈ? ਨੰਬਰ ਆਫ ਮੋਲਸ ਆਫ ਸੋਲਿਊਟ ਡਿਜ਼ੋਲਵਡ ਪਰ ਕਿਲੋਗ੍ਰਾਮ ਆਫ ਸੋਲਵੈਂਟ। ਮੋਲੈਰਿਟੀ 'ਚ ਕੀ ਸੀਗਾ? ਨੰਬਰ ਆਫ ਮੋਲਸ ਆਫ ਸੋਲਿਊਟ ਡਿਜ਼ੋਲਵਡ ਪਰ ਲੀਟਰ ਆਫ ਦਾ ਸੋਲਿਊਸ਼ਨ। ਇੱਕ ਤਾਂ ਇਹ ਤਾਂ ਨੰਬਰ ਆਫ ਮੋਲਸ ਹੀ ਹੈ ਸੋਲਿਊਟ ਦੇ ਤਾਂ, ਪਰ ਇੱਥੇ ਸੋਲਿਊਸ਼ਨ ਦਾ 1 ਲੀਟਰ ਲਿਆ ਸੀ, 1 ਲੀਟਰ 'ਚ ਕਿੰਨਾ ਅਸੀਂ ਸੋਲਿਊਟ ਐਡ ਕੀਤਾ ਹੈ? ਇੱਥੇ ਅਸੀਂ 1 ਕਿਲੋਗ੍ਰਾਮ ਸੋਲਵੈਂਟ 'ਚ ਅਸੀਂ ਕਿੰਨਾ ਸੋਲਿਊਟ ਐਡ ਕੀਤਾ ਹੈ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਮੋਲੈਲਿਟੀ। ਮਤਲਬ ਪਹਿਲਾਂ 1 ਕਿਲੋਗ੍ਰਾਮ ਸੋਲਵੈਂਟ ਲੈ ਲਓ, ਉਹਦੇ ਵਿੱਚ ਅਸੀਂ ਫਿਰ 1 ਮੋਲ ਸੋਲਿਊਟ ਦਾ, 1 ਮੋਲ ਹੈ ਜਿਹੜਾ ਸੋਲਿਊਟ ਦਾ ਐਡ ਕਰ ਦਿਓ ਤਾਂ 1 ਮੋਲਰ ਸੋਲਿਊਸ਼ਨ ਬਣ ਜਾਏਗਾ ਤੁਹਾਡੇ ਕੋਲੇ। ਤਾਂ ਆਪਾਂ ਕਿਵੇਂ ਐਕਸਪ੍ਰੈਸ ਕਰਾਂਗੇ ਇਹਨੂੰ? ਨੰਬਰ ਆਫ ਮੋਲਸ ਆਫ ਸੋਲਿਊਟ ਡਿਵਾਈਡਡ ਬਾਈ ਮਾਸ ਆਫ ਦਾ ਸੋਲਵੈਂਟ ਇਨ ਕਿਲੋਗ੍ਰਾਮਸ। ਪਰ ਅਸੀਂ ਮਾਸ ਬੇਟੇ ਜਿਹੜੇ ਕੈਮਿਸਟਰੀ ਦੇ ਵਿੱਚ ਮਾਸਿਸ ਲਵਾਂਗੇ, ਅਸੀਂ ਉਹਨਾਂ ਨੂੰ ਇੰਨੇ ਜ਼ਿਆਦਾ ਨਹੀਂ ਹੁੰਦੇ ਕਿ ਕਿਲੋਆਂ 'ਚ ਹੋਣ, ਤਾਂ ਅਸੀਂ ਕਾਹਦੇ 'ਚ ਲੈਂਦੇ ਹਾਂ? ਗ੍ਰਾਮਸ 'ਚ ਲਵਾਂਗੇ। ਤਾਂ ਫਿਰ ਆਪਾਂ ਕੀ ਲਵਾਂਗੇ? ਨੰਬਰ ਆਫ ਮੋਲਸ ਆਫ ਸੋਲਿਊਟ ਮਾਸ ਆਫ ਦਾ ਸੋਲਵੈਂਟ ਇਨ ਗ੍ਰਾਮਸ। ਹੁਣ ਗ੍ਰਾਮਸ ਸਾਨੂੰ, ਕਿਉਂਕਿ ਸਾਡੇ ਫਾਰਮੂਲੇ 'ਚ ਸਾਨੂੰ ਕਿਲੋਗ੍ਰਾਮ ਚਾਹੀਦਾ, ਤਾਂ ਗ੍ਰਾਮ ਨੂੰ ਕੀ ਬਣਾਉਣਾ ਪਏਗਾ ਬੇਟੇ? ਕਿਲੋਗ੍ਰਾਮ। ਤਾਂ ਆਪਾਂ ਗ੍ਰਾਮ ਨੂੰ 1000 ਨਾਲ ਡਿਵਾਈਡ ਕਰ ਦਾਂਗੇ ਤਾਂ ਕੀ ਬਣ ਜਾਏਗਾ? ਕਿਲੋਗ੍ਰਾਮ। ਉੱਪਰ ਕੀ ਹੈ? ਮਲਟੀਪਲਾਈ ਹੋ ਜਾਏਗਾ ਉੱਪਰ ਆ ਕੇ। ਤਾਂ ਸਾਡਾ ਫਾਰਮੂਲਾ ਹੀ ਇਹ ਬਣ ਜਾਏਗਾ ਕਿ ਨੰਬਰ ਆਫ ਮੋਲਸ ਆਫ ਸੋਲਿਊਟ ਓਵਰ ਮਾਸ ਆਫ ਸੋਲਵੈਂਟ ਇਨ ਗ੍ਰਾਮਸ ਮਲਟੀਪਲਾਈਡ ਬਾਈ 1000। ਕਲੀਅਰ ਹੋ ਗਿਆ? ਇਹ ਹੈ ਮੋਲੈਲਿਟੀ। ਮੋਲੈਲਿਟੀ ਆਫ ਸੋਲਿਊਸ਼ਨ ਇਜ਼ ਇੰਡੀਪੈਂਡੈਂਟ ਆਫ ਟੈਂਪਰੇਚਰ। ਜਿਹੜੀ ਮੋਲੈਲਿਟੀ ਹੈ ਬੇਟੇ ਉਹ ਟੈਂਪਰੇਚਰ ਤੋਂ ਇੰਡੀਪੈਂਡੈਂਟ ਹੈ, ਟੈਂਪਰੇਚਰ ਦੇ ਉੱਤੇ ਡਿਪੈਂਡ ਨਹੀਂ ਕਰਦੀ। ਕਿਉਂ ਨਹੀਂ ਕਰਦੀ ਬੇਟੇ? ਬਿਕੋਜ਼ ਇਟ ਇਨਵੋਲਵਸ ਦਾ ਮਾਸ ਆਫ ਦਾ ਸੋਲਿਊਟ ਐਂਡ ਸੋਲਵੈਂਟ। ਕਿਉਂਕਿ ਦੋਨਾਂ ਦਾ ਹੀ ਮਾਸ ਹੈ। ਨੰਬਰ ਆਫ ਮੋਲਸ ਇਹ ਵੀ ਕੀ ਹੁੰਦੇ ਹੈ? ਗਿਵਨ ਮਾਸ ਡਿਵਾਈਡਡ ਬਾਈ ਮੋਲਰ ਮਾਸ। ਤੇ ਸੋਲਵੈਂਟ ਹੈ ਜਿਹੜਾ ਉਹ ਵੀ ਗ੍ਰਾਮਸ ਦੇ ਵਿੱਚ, ਉਹ ਵੀ ਮਾਸ ਦੇ ਵਿੱਚ ਹੀ ਹੈ। ਇਹਦਾ ਮਤਲਬ ਕੀ ਹੋਇਆ ਬੇਟੇ? ਕਿ ਦੋਨਾਂ ਚੀਜ਼ਾਂ ਦਾ ਹੀ ਮਾਸ ਹੈ ਸਾਡੇ ਕੋਲੇ, ਤੇ ਮਾਸ ਹੈ ਜਿਹੜਾ ਟੈਂਪਰੇਚਰ ਦੇ ਨਾਲ ਚੇਂਜ ਨਹੀਂ ਹੁੰਦਾ। ਇਸ ਕਰਕੇ ਮੋਲੈਲਿਟੀ ਹੈ ਜਿਹੜੀ ਉਹ ਟੈਂਪਰੇਚਰ ਇੰਡੀਪੈਂਡੈਂਟ ਹੈ। ਮੋਲੈਰਿਟੀ ਕੀ ਸੀ? ਟੈਂਪਰੇਚਰ ਡਿਪੈਂਡੈਂਟ ਸੀ ਬੇਟੇ। ਕਿਉਂ? ਕਿਉਂਕਿ ਉਹਦੇ ਵਿੱਚ ਅਸੀਂ ਸੋਲਿਊਸ਼ਨ ਦਾ ਵੋਲਿਊਮ ਲਿਆ ਹੋਇਆ ਹੈ, ਤਾਂ ਵੋਲਿਊਮ ਹੈ ਜਿਹੜਾ ਟੈਂਪਰੇਚਰ ਦੇ ਨਾਲ ਕੀ ਹੁੰਦਾ ਬੇਟੇ? ਚੇਂਜ ਹੋ ਜਾਂਦਾ। ਇਸ ਕਰਕੇ ਇਹ ਟੈਂਪਰੇਚਰ ਡਿਪੈਂਡੈਂਟ ਹੈ ਮੋਲੈਰਿਟੀ, ਤੇ ਮੋਲੈਲਿਟੀ ਕੀ ਹੈ? ਟੈਂਪਰੇਚਰ ਇੰਡੀਪੈਂਡੈਂਟ ਹੁੰਦੀ ਹੈ। ਕਲੀਅਰ ਹੋ ਗਿਆ? ਤਾਂ ਆਪਾਂ ਜੇ ਕਹਿਣਾ ਹੋਵੇ ਬੈਟਰ ਮੈਥਡ ਕਿਹੜਾ ਹੈ ਕੰਸੈਂਟ੍ਰੇਸ਼ਨ ਟਰਮ ਦਾ? ਮੋਲੈਲਿਟੀ। ਕਿਉਂ? ਕਿਉਂਕਿ ਇਹ ਟੈਂਪਰੇਚਰ ਦੇ ਨਾਲ ਇਫੈਕਟ ਨਹੀਂ ਹੁੰਦਾ। ਮੋਲੈਰਿਟੀ ਦੇ ਵਿੱਚ ਚੇਂਜ ਨਹੀਂ ਹੋਏਗੀ ਜੇ ਟੈਂਪਰੇਚਰ ਚੇਂਜ ਕਰ ਦਾਂਗੇ ਆਪਾਂ, ਕਿਉਂਕਿ ਵੋਲਿਊਮ ਨਹੀਂ ਹੈਗਾ ਇਹਦੇ ਵਿੱਚ, ਇਸ ਕਰਕੇ ਚੇਂਜ ਨਹੀਂ ਹੋਏਗੀ। ਠੀਕ ਹੈ, ਇਹ ਸੀ ਬੇਟੇ ਤੁਹਾਡੇ ਕੋਲੇ ਟਰਮਸ ਜਿਹੜੀਆਂ ਅਸੀਂ ਜਿਨ੍ਹਾਂ ਦੇ ਨਾਲ ਅਸੀਂ ਕੰਸੈਂਟ੍ਰੇਸ਼ਨ ਨੂੰ, ਜਾਂ ਆਪਾਂ ਕਹਿ ਲਓ ਕਿ ਟਰਮਸ ਯੂਜ਼ਡ ਟੂ ਮੈਜ਼ਰ ਕੰਸੈਂਟ੍ਰੇਸ਼ਨ ਆਫ ਦਾ ਸੋਲਿਊਸ਼ਨਸ। ਠੀਕ ਹੈ, ਤੇ ਕਿਹੜੀਆਂ ਪੜ੍ਹੀਆਂ ਅਸੀਂ? ਮਾਸ ਪਰਸੈਂਟ, ਵੋਲਿਊਮ ਪਰਸੈਂਟੇਜ, ਉਸ ਤੋਂ ਬਾਅਦ ਮਾਸ ਵੋਲਿਊਮ ਪਰਸੈਂਟੇਜ, ਫਿਰ ਆਪਾਂ ਕੀਤਾ ਸੀ ਸਟਰੈਂਥ, ਫਿਰ ਆਪਾਂ ਕੀਤਾ ਸੀ ਮੋਲ ਫ੍ਰੈਕਸ਼ਨ, ਫਿਰ ਆਪਾਂ ਕੀਤੀ ਮੋਲੈਰਿਟੀ, ਫਿਰ ਆਪਾਂ ਕੀਤੀ ਮੋਲੈਰਿਟੀ। ਇਹ ਸਾਰੀਆਂ ਟਰਮਸ ਆ ਜਾਣਗੀਆਂ। ਹੁਣ ਆਪਾਂ ਕਰਨਾ ਬੇਟੇ ਮੋਲਰ ਇਹ ਬਹੁਤ ਇੰਪੋਰਟੈਂਟ ਹੈ ਤੁਹਾਡੇ ਪ੍ਰੈਕਟੀਕਲ ਲਈ। ਮੋਲਰ ਸੋਲਿਊਸ਼ਨ ਤੇ ਮੋਲਰ ਸੋਲਿਊਸ਼ਨ ਅਸੀਂ ਕਿਹਨੂੰ ਕਹਿੰਦੇ ਹਾਂ? ਮੋਲਰ ਸੋਲਿਊਸ਼ਨ ਦਾ ਮਤਲਬ ਕੀ ਹੈ ਬੇਟੇ? ਕਿਸੇ ਵੀ ਸਬਸਟੈਂਸ ਦਾ ਜੇ ਅਸੀਂ ਸੋਲਿਊਸ਼ਨ ਬਣਾਉਣਾ ਹੈ, ਜੇ ਅਸੀਂ ਉਹਦੇ ਮੋਲਰ ਮਾਸ ਲੈ ਕੇ, ਮੋਲਰ ਮਾਸ ਕਿਵੇਂ ਕੈਲਕੂਲੇਟ ਕਰਾਂਗੇ? ਫਾਰਮੂਲੇ ਤੋਂ। ਉਹਦਾ ਮੋਲਰ ਮਾਸ ਲੈ ਕੇ ਅਸੀਂ 1 ਲੀਟਰ ਟੋਟਲ ਸੋਲਿਊਸ਼ਨ ਬਣਾ ਦਈਏ ਡਿਜ਼ੋਲਵ ਕਰਕੇ, ਤਾਂ ਉਹਨੂੰ ਅਸੀਂ ਕੀ ਕਵਾਂਗੇ? ਮੋਲਰ ਸੋਲਿਊਸ਼ਨ। ਕੀ ਆਏਗਾ? ਮੋਲਰ ਸੋਲਿਊਸ਼ਨ। ਜਿਵੇਂ ਆਪਾਂ ਲੈ ਲਿਆ ਗਲੂਕੋਜ਼ ਦਾ ਮੋਲਰ ਮਾਸ ਕਿੰਨਾ ਬੇਟੇ? 180। ਆਪਾਂ ਕੀ ਕਰੀਏ? 180 ਗ੍ਰਾਮਸ ਲੈ ਕੇ ਉਹਨੂੰ ਆਪਾਂ ਟੋਟਲ ਵੋਲਿਊਮ 1 ਲੀਟਰ ਬਣਾ ਦਈਏ ਪਾਣੀ 'ਚ। ਇੰਨਾ ਪਾਣੀ ਪਾਈਏ ਕਿ ਟੋਟਲ ਵੋਲਿਊਮ ਕਿੰਨਾ ਬਣ ਜਾਵੇ? 1 ਲੀਟਰ ਬਣ ਜਾਵੇ। ਤਾਂ ਉਹਨੂੰ ਅਸੀਂ ਕੀ ਕਵਾਂਗੇ? 1 ਮੋਲਰ ਸੋਲਿਊਸ਼ਨ ਆਫ ਗਲੂਕੋਜ਼। ਸਮਝ ਆਈ? ਜੇ ਹੁਣ ਆਪਾਂ 2 ਮੋਲਰ ਬਣਾਉਣਾ ਤਾਂ ਕੀ ਕਰਾਂਗੇ? ਇਸ ਤੋਂ ਡਬਲ ਮਾਸ ਲੈ ਲਾਂਗੇ, ਦੋਨਾਂ ਮਲਟੀਪਲਾਈ ਕਰ ਦਾਂਗੇ, ਉਹਨੂੰ 1 ਲੀਟਰ ਡਿਜ਼ੋਲਵ ਹਮੇਸ਼ਾ ਸੋਲਿਊਸ਼ਨ ਬਣਾਉਣਾ ਜਿਹੜਾ ਉਹ ਕੀ ਹੈ? 1 ਲੀਟਰ ਹੀ ਹੋਏਗਾ। ਜੇ ਆਪਾਂ m/10 ਕਰਨਾ ਹੈ ਤਾਂ ਫਿਰ ਕੀ ਹੋਏਗਾ? ਇਹਨੂੰ ਆਪਾਂ 10 ਨਾਲ ਡਿਵਾਈਡ ਕਰ ਦਾਂਗੇ ਤਾਂ 18 ਗ੍ਰਾਮਸ ਆ ਗਿਆ। 18 ਗ੍ਰਾਮਸ ਡਿਜ਼ੋਲਵਡ ਇਨ 1 ਲੀਟਰ। ਸਮਝ ਆਈ ਬੇਟੇ? ਤਾਂ ਮੋਲਰ ਸੋਲਿਊਸ਼ਨ ਯਾਦ ਰੱਖਣਾ ਹੈ, ਕਿਸੇ ਵੀ ਸਬਸਟੈਂਸ ਦਾ ਮੋਲਰ ਮਾਸ ਲੈ ਕੇ ਉਹਨੂੰ ਆਪਾਂ ਟੋਟਲ ਵੋਲਿਊਮ 1 ਲੀਟਰ ਬਣਾ ਦਿਓ ਤਾਂ ਉਹ ਤੁਹਾਡੇ ਕੋਲ ਕੀ ਬਣ ਜਾਏਗਾ? 1 ਮੋਲਰ ਸੋਲਿਊਸ਼ਨ।
ਤਾਂ ਮੋਲਰ ਮਾਸ ਅਸੀਂ ਕੈਲਕੂਲੇਟ ਕਰ ਸਕਦੇ ਹਾਂ ਹਰੇਕ ਚੀਜ਼ ਦਾ। ਇਸੇ ਤਰ੍ਹਾਂ ਮੋਲਰ ਸੋਲਿਊਸ਼ਨ ਹੈ। ਮੋਲਰ ਸੋਲਿਊਸ਼ਨ ਕੀ ਹੋਏਗਾ ਬੇਟੇ, ਅਸੀਂ ਉਵੇਂ ਹੀ ਮੋਲਰ ਮਾਸ ਆਫ ਸੋਲਿਊਟ ਲੈ ਕੇ ਉਹਨੂੰ 1 ਕਿਲੋਗ੍ਰਾਮ ਸੋਲਵੈਂਟ ਦੇ ਵਿੱਚ ਡਿਸੋਲਵ ਕਰ ਦਾਂਗੇ। ਮਤਲਬ ਕੀ ਹੈ, ਪਹਿਲਾਂ ਅਸੀਂ 1 ਕਿਲੋਗ੍ਰਾਮ ਸੋਲਵੈਂਟ ਲਵਾਂਗੇ, ਉੱਥੇ ਅਸੀਂ ਪਹਿਲਾਂ ਨਹੀਂ ਲਿਆ ਸੀ ਪਾਣੀ 1 ਲੀਟਰ, ਟੋਟਲ ਵੋਲਿਊਮ ਅਸੀਂ 1 ਲੀਟਰ ਬਣਾਇਆ ਸੀ। ਹੁਣ ਅਸੀਂ ਪਹਿਲਾਂ 1 ਕਿਲੋਗ੍ਰਾਮ ਸੋਲਵੈਂਟ ਲੈ ਲਾਂਗੇ, ਉਹਦੇ ਵਿੱਚ ਅਸੀਂ ਫਿਰ ਮੋਲਰ ਮਾਸ ਹੈ ਜਿਹੜਾ ਸੋਲਿਊਟ ਦਾ ਉਹ ਡਿਸੋਲਵ ਕਰ ਦਾਂਗੇ, ਤਾਂ ਕੀ ਬਣ ਜਾਣਾ ਤੁਹਾਡੇ ਕੋਲੇ ਮੋਲਰ ਸੋਲਿਊਸ਼ਨ। ਜਿਵੇਂ ਆਪਾਂ ਇਹੀ ਐਗਜ਼ਾਮਪਲ ਫਿਰ ਲੈਂਦੇ ਹਾਂ, 1 ਮੋਲਰ, ਹੁਣ ਇਹ ਸਮਾਲ ਐਮ ਲਿਖਿਆ ਸੀ, 1 ਮੋਲਰ ਸੋਲਿਊਸ਼ਨ ਕਿਹਨੂੰ ਕਵਾਂਗੇ ਬੇਟੇ, ਜੇ ਆਪਾਂ 180 ਗ੍ਰਾਮਸ ਗਲੂਕੋਜ਼ ਲੈ ਕੇ 1000 ਗ੍ਰਾਮਸ ਆਫ ਵਾਟਰ ਦੇ ਵਿੱਚ ਡਿਸੋਲਵ ਕਰ ਦਈਏ। ਜੇ ਆਪਾਂ m/10 ਲਵਾਂਗੇ ਤਾਂ ਕੀ ਹੋਏਗਾ, 180/10, 18 ਗ੍ਰਾਮਸ ਆਫ ਗਲੂਕੋਜ਼ ਲੈ ਕੇ ਅਸੀਂ 1000 ਗ੍ਰਾਮ ਦੇ ਵਿੱਚ ਡਿਸੋਲਵ ਕਰ ਦਾਂਗੇ। ਜੇ ਅਸੀਂ m/20 ਲੈਣਾ ਹੈ ਤਾਂ ਫਿਰ ਕੀ ਕਰਾਂਗੇ, ਜਿੰਨਾ ਮਾਸ ਹੈ ਉਹਨੂੰ 20 ਨਾਲ ਡਿਵਾਈਡ ਕਰ ਦਾਂਗੇ। 9 ਗ੍ਰਾਮਸ ਹੈ ਕਿ 9 ਗ੍ਰਾਮਸ ਆਫ ਗਲੂਕੋਜ਼ ਲੈ ਕੇ ਅਸੀਂ 1000 ਗ੍ਰਾਮਸ ਆਫ ਵਾਟਰ ਦੇ ਵਿੱਚ ਡਿਸੋਲਵ ਕਰ ਦਾਂਗੇ। ਇਹ ਆ ਗਿਆ ਤੁਹਾਡੇ ਕੋਲੇ ਡਿਫਰੈਂਟ ਮੋਲੈਰਿਟੀ ਜਾਂ ਮੋਲੈਰਿਟੀ ਦੇ ਸੋਲਿਊਸ਼ਨਸ। ਤਾਂ 1 ਮੋਲਰ ਹਮੇਸ਼ਾ ਕੀ ਹੈ, ਮੋਲਰ ਮਾਸ, ਕੋਈ ਵੀ ਸਬਸਟੈਂਸ ਲੈ ਲਓ ਤਾਂ ਮੋਲਰ ਮਾਸ ਲੈ ਕੇ 1 ਲੀਟਰ ਬਣਾ ਦਿਓ ਤਾਂ ਮੋਲਰ ਬਣ ਜਾਏਗਾ। ਜੇ ਪਹਿਲਾਂ 1 ਕਿਲੋਗ੍ਰਾਮ ਲੈ ਲਓਗੇ ਤਾਂ ਉਹ ਕੀ ਬਣ ਜਾਏਗਾ, ਮੋਲਰ। ਹੁਣ ਬੇਟੇ ਕਈ ਵਾਰੀ ਤੁਹਾਨੂੰ ਕੁਐਸਚਨ ਪੁੱਛਿਆ ਜਾਂਦਾ ਹੈ ਕਿ 1 ਮੋਲਰ ਤੇ 1 ਮੋਲਰ ਸੋਲਿਊਸ਼ਨ ਦੇ ਵਿੱਚੋਂ ਕਿਹਦੀ ਕੰਸੈਂਟ੍ਰੇਸ਼ਨ ਜ਼ਿਆਦਾ ਹੁੰਦੀ ਹੈ, ਕਿ ਦੋਨਾਂ ਦੀ ਕੰਸੈਂਟ੍ਰੇਸ਼ਨ ਬਰਾਬਰ ਹੁੰਦੀ ਹੈ। ਜੇ ਆਪਾਂ ਦੇਖਣਾ ਹੋਵੇ ਤਾਂ ਤੁਸੀਂ ਕਿਵੇਂ ਕਹੋਗੇ, 1 ਮੋਲਰ ਜਾਂ 1 ਮੋਲਰ, 1 ਮੋਲਰ ਜਾਂ 1 ਮੋਲਰ, ਕਿਹੜਾ ਇਹਦੇ ਵਿੱਚ ਜ਼ਿਆਦਾ ਸਟਰੈਂਥ ਹੋਏਗਾ। ਤੁਸੀਂ ਕੀ ਕੰਮ ਕਰੋਗੇ ਬੇਟੇ, ਜਿਹੜਾ ਅਸੀਂ 1 ਮੋਲਰ ਸੋਲਿਊਸ਼ਨ ਬਣਾਇਆ ਸੀ ਇਹਦੇ ਵਿੱਚ ਅਸੀਂ ਜਿਵੇਂ ਆਪਾਂ ਗਲੂਕੋਜ਼ ਲੈ ਲਿਆ 180 ਗ੍ਰਾਮਸ, ਇਹਦਾ ਵੀ ਤਾਂ ਵੋਲਿਊਮ ਹੈਗਾ ਨਾ, ਤਾਂ ਪਾਣੀ ਇਹਦੇ ਵਿੱਚ ਕੀ ਪਏਗਾ ਬੇਟੇ, ਘੱਟ ਪਏਗਾ। 1 ਲੀਟਰ ਨਹੀਂ ਪਾਣੀ ਪਏਗਾ, 1000 ml ਪਾਣੀ ਇਹਦੇ ਵਿੱਚ ਨਹੀਂ ਪਏਗਾ, ਘੱਟ ਪਏਗਾ, ਠੀਕ ਹੈ। ਪਰ ਇਹਦੇ ਵਿੱਚ ਕੀ ਲਿੱਤਾ ਅਸੀਂ, 1 ਕਿਲੋਗ੍ਰਾਮ ਜਾਂ 1000 ਗ੍ਰਾਮਸ, ਕਿਉਂਕਿ ਪਾਣੀ ਦੀ ਡੈਂਸਿਟੀ ਕੀ ਹੁੰਦੀ ਹੈ ਬੇਟੇ, 1, ਤਾਂ ਇਸ ਕਰਕੇ ਇਹਦਾ ਵੋਲਿਊਮ ਵੀ ਕਿੰਨਾ ਬਣ ਗਿਆ, 1000 ml। ਮਤਲਬ ਕਿ ਆਪਾਂ 1000 ml ਪਾਣੀ ਲੈ ਲਿਆ, ਪਹਿਲਾਂ ਲੈ ਲਿਆ, ਇਹ 'ਚ ਪਾਣੀ ਕੀ ਹੈ ਬੇਟੇ, ਘੱਟ ਹੈ, ਇਹਦੇ 'ਚ ਪਾਣੀ ਕੀ ਹੈ, ਜ਼ਿਆਦਾ ਹੈ। ਜਿਹਦੇ 'ਚ ਪਾਣੀ ਜ਼ਿਆਦਾ ਹੋਏਗਾ ਉਹ ਸੋਲਿਊਸ਼ਨ ਹਮੇਸ਼ਾ ਕੀ ਹੋਏਗਾ ਬੇਟੇ, ਡਾਇਲੂਟ ਹੋਏਗਾ। ਤਾਂ ਇਹ ਕੀ ਹੈ, ਕੰਸੈਂਟਰੇਟਡ ਹੈ ਐਜ਼ ਕੰਪੇਅਰ ਟੂ ਦਿਸ ਸੋਲਿਊਸ਼ਨ। ਤਾਂ ਇਹਦਾ ਮਤਲਬ ਮੋਲਰ ਸੋਲਿਊਸ਼ਨ ਜਿਹੜਾ ਹਮੇਸ਼ਾ ਮੋਲਰ ਸੋਲਿਊਸ਼ਨ ਨਾਲੋਂ ਕੰਸੈਂਟਰੇਟਡ ਹੁੰਦਾ ਹੈ। ਕਿਉਂ, ਕਿਉਂਕਿ ਮੋਲਰ ਸੋਲਿਊਸ਼ਨ ਦੇ ਵਿੱਚ ਜਿਹੜਾ ਸੋਲਵੈਂਟ ਹੈ ਉਹਦੀ ਅਮਾਊਂਟ ਥੋੜੀ ਜਿਹੀ ਇਹਦੇ ਨਾਲੋਂ ਜ਼ਿਆਦਾ ਹੁੰਦੀ ਹੈ। ਕਲੀਅਰ ਹੋ ਗਿਆ। ਇਹ ਆ ਗਿਆ ਤੁਹਾਡੇ ਕੋਲ ਮੋਲਰ ਐਂਡ ਮੋਲਰ ਸੋਲਿਊਸ਼ਨ। ਨੈਕਸਟ ਹੈ ਬੇਟੇ ਆਪਾਂ ਇੱਕ ਨੂਮੈਰੀਕਲ ਕਰਦੇ ਹਾਂ। ਦ ਡੈਂਸਿਟੀ ਆਫ 3 ਮੋਲਰ ਸੋਲਿਊਸ਼ਨ ਆਫ NaCl ਇਜ਼ ਦਿਸ। ਇਹ ਗਿਵਨ ਹੈ। ਕੈਲਕੂਲੇਟ ਮੋਲੈਰਿਟੀ ਆਫ ਦਾ ਸੋਲਿਊਸ਼ਨ। ਹੁਣ ਸਾਨੂੰ ਕੀ ਦਿੱਤਾ ਹੋਇਆ ਬੇਟੇ, ਇੱਕ ਤਾਂ ਮੋਲੈਰਿਟੀ ਦੇਤੀ, ਮੋਲੈਰਿਟੀ ਕੱਢਣੀ ਅਸੀਂ, ਮੋਲੈਰਿਟੀ ਦੇਤੀ ਸੋਲਿਊਸ਼ਨ ਦੀ 3 ਮੋਲਰ, ਠੀਕ ਹੈ। ਉਸ ਤੋਂ ਬਾਅਦ ਸਾਨੂੰ ਡੈਂਸਿਟੀ ਦੇਤੀ। ਜਿਹੜੀ ਮੋਲੈਰਿਟੀ ਹੈ ਬੇਟੇ 3 ਮੋਲਰ ਲਿਖਤਾ ਆਪਾਂ ਨੂੰ, ਇਹਦਾ ਮਤਲਬ ਕੀ ਹੋਇਆ, 3 ਮੋਲਰ ਦਾ ਮਤਲਬ ਕਿੱਤਾ ਹੈ। ਜੇ ਆਪਾਂ ਤੁਹਾਨੂੰ ਯਾਦ ਹੋਵੇ ਨੂਮੈਰੀਕਲ 'ਚ ਮੋਲੈਰਿਟੀ ਕੱਢੀ ਸੀ ਤਾਂ ਆਪਾਂ ਜਿਹੜਾ 0.4 ਮੋਲ ਆਏ ਸੀ ਸਾਡੇ ਕੋਲ, 0.4 ਮੋਲਸ ਪਰ ਲੀਟਰ ਜਾਂ 0.4 ਮੋਲ ਲਿਖਤਾ ਸੀ ਆਪਾਂ। ਇਹਦਾ ਮਤਲਬ ਕੀ ਹੋਇਆ, ਇੰਨੇ ਮੋਲਸ ਡਿਜ਼ੋਲਵ ਪਰ ਲੀਟਰ ਆਫ ਦਾ ਸੋਲਿਊਸ਼ਨ। 3 moles of NaCl dissolved per liter of the solution। ਇਹਦਾ ਮੀਨਿੰਗ ਹੀ ਇਹ ਹੋ ਗਿਆ, ਮਤਲਬ 3 ਗੁਣਾ, ਆਪਾਂ ਇੱਥੇ 2 ਗੁਣਾ ਬਣਾਇਆ, ਮਤਲਬ ਕਿ ਇਹ 3 ਮੋਲ ਡਿਜ਼ੋਲਵ ਕੀਤੇ 1 ਲੀਟਰ ਪਾਣੀ ਦੇ ਵਿੱਚ। ਇਹਦਾ ਮਤਲਬ ਇਹੀ ਹੋ ਗਿਆ 3 ਮੋਲਰ ਦਾ, ਠੀਕ ਹੈ। ਹੁਣ ਆਪਾਂ ਮੋਲੈਰਿਟੀ ਲਿਖ ਲਈ, ਮਾਸ ਆਫ NaCl ਇਨ 1 ਲੀਟਰ ਸੋਲਿਊਸ਼ਨ, ਕਿਉਂਕਿ ਲਿਆ ਤਾਂ ਅਸੀਂ 3 ਮੋਲਰ, 1 ਲੀਟਰ 'ਚ ਹੀ ਆ, ਉਹਨੂੰ ਹੀ 3 ਮੋਲਰ ਕਵਾਂਗੇ। ਵੋਲਿਊਮ ਹੈ ਜਿਹੜਾ ਉਹ ਕੀ ਹੋਏਗਾ, 1 ਲੀਟਰ ਹੀ ਹੋਏਗਾ, ਠੀਕ ਹੈ। ਤਾਂ ਮਾਸ ਆਫ NaCl ਇਨ 1 ਲੀਟਰ ਸੋਲਿਊਸ਼ਨ ਕਿੰਨਾ ਆਏਗਾ ਬੇਟੇ, 3 ਨਾਲ ਮਲਟੀਪਲਾਈ ਕਰ ਦਾਂਗੇ। ਇਹਦੇ 'ਚ ਆਪਾਂ ਜਿਵੇਂ 2 ਨਾਲ ਮਲਟੀਪਲਾਈ ਕੀਤਾ 2 ਮੋਲ ਬਣਾਉਣ ਨੂੰ, ਤਾਂ ਆਪਾਂ ਕੀ ਕਰਾਂਗੇ 3। 1 ਲੀਟਰ ਦੇ ਵਿੱਚ ਇੰਨਾ ਮਾਸ NaCl ਦਾ, ਠੀਕ ਹੈ। ਹੁਣ ਆਪਾਂ ਕੀ ਬਣਾਉਣਾ ਬੇਟੇ, ਵੋਲਿਊਮ ਆਫ ਦਾ ਸੋਲਿਊਸ਼ਨ। ਵੋਲਿਊਮ ਕਿੰਨਾ ਸੋਲਿਊਸ਼ਨ ਦਾ, ਇਹਦੇ ਅਕੋਰਡਿੰਗ 1 ਲੀਟਰ ਸਾਨੂੰ ਪਤਾ ਹੈ, ਠੀਕ ਹੈ। ਹੁਣ ਮਾਸ ਆਫ ਸੋਲਿਊਸ਼ਨ ਬਣਾਉਣਾ ਹੈ, ਕਿਉਂ, ਕਿਉਂਕਿ ਸਾਨੂੰ ਮਾਸ ਚਾਹੀਦਾ ਹੈ। ਜਦੋਂ ਅਸੀਂ ਮੋਲੈਰਿਟੀ ਕੱਢਣੀ ਹੈ ਤਾਂ ਸਾਨੂੰ ਕੀ ਚਾਹੀਦਾ ਬੇਟੇ, ਮਾਸ ਚਾਹੀਦਾ ਹੈ, ਸਾਨੂੰ ਵੋਲਿਊਮ ਨਹੀਂ ਚਾਹੀਦਾ। ਮਾਸ ਕਿਵੇਂ ਕੈਲਕੂਲੇਟ ਕਰਾਂਗੇ, ਕਿਉਂਕਿ ਸਾਨੂੰ ਡੈਂਸਿਟੀ ਦਿੱਤੀ ਹੋਈ ਹੈ। ਹੁਣ ਅਸੀਂ ਮਾਸ ਬਹੁਤ ਆਸਾਨੀ ਨਾਲ ਕੈਲਕੂਲੇਟ ਕਰ ਸਕਦੇ ਹਾਂ। ਮਾਸ ਆਫ ਸੋਲਿਊਸ਼ਨ ਇਜ਼ ਵੋਲਿਊਮ, ਸੋਲਿਊਸ਼ਨ ਦਾ ਪਤਾ ਹੈ, ਡੈਂਸਿਟੀ ਗਿਵਨ ਹੈ, ਤਾਂ ਆਪਾਂ ਕੀ ਕੱਢ ਲਾਂਗੇ, ਮਾਸ ਆਫ ਸੋਲਿਊਸ਼ਨ, ਵੋਲਿਊਮ ਇਨਟੂ ਡੈਂਸਿਟੀ। ਸਾਨੂੰ ਪਤਾ ਹੈ ਡੈਂਸਿਟੀ ਇਜ਼ ਇਕੁਅਲ ਮਾਸ ਪਰ ਯੂਨਿਟ ਵੋਲਿਊਮ ਹੁੰਦਾ ਹੈ ਬੇਟੇ, ਠੀਕ ਹੈ। ਡੈਂਸਿਟੀ ਵੀ ਗਿਵਨ ਹੈ, ਵੋਲਿਊਮ ਵੀ ਗਿਵਨ ਹੈ, ਆਪਾਂ ਕੀ ਕੱਢ ਲਾਂਗੇ, ਮਾਸ। ਤਾਂ ਇੱਥੋਂ ਮਾਸ ਆ ਗਿਆ ਤੁਹਾਡੇ ਕੋਲੇ, ਤਾਂ ਮਾਸ ਕਿਹਦੇ ਬਰਾਬਰ ਆ ਜਾਏਗਾ, ਵੋਲਿਊਮ ਇਨਟੂ ਡੈਂਸਿਟੀ। ਵੋਲਿਊਮ 1000 ml, ਡੈਂਸਿਟੀ 1.25 ਗ੍ਰਾਮਸ ਪਰ ਮਿਲੀਲੀਟਰ। ਤਾਂ ਇਹ ਤੁਹਾਡੇ ਕੋਲੇ ਇੰਨੇ ਗ੍ਰਾਮਸ ਆ ਗਿਆ,
ਇਹ ਮਾਸ ਬਣ ਗਿਆ। ਇਹ ਕੀ ਸੀ? ਵੋਲਿਊਮ ਸੀ, ਉਹਦਾ ਮਾਸ ਇੰਨਾ ਹੋਏਗਾ ਕਿਉਂਕਿ ਡੈਂਸਿਟੀ ਇੱਕ ਤੋਂ ਜ਼ਿਆਦਾ ਹੈਗੀ ਹੈ। ਠੀਕ ਹੈ, ਹੁਣ ਆਪਣੇ ਕੋਲ ਸੋਲਿਊਸ਼ਨ ਦਾ ਮਾਸ ਆਇਆ, ਪਰ ਸਾਨੂੰ ਫਾਰਮੂਲੇ ਦੇ ਅਕੋਰਡਿੰਗ ਕਿਹਦਾ ਮਾਸ ਚਾਹੀਦਾ ਬੇਟੇ? ਸੋਲਵੈਂਟ ਦਾ। ਤਾਂ ਆਪਾਂ ਕੀ ਕਰਾਂਗੇ? ਮਾਸ ਆਫ ਵਾਟਰ ਕੱਢ ਲਾਂਗੇ। ਇਹ ਮਾਸ ਕਿਹਦਾ? ਸੋਲਿਊਸ਼ਨ ਦਾ। NaCl ਦਾ ਮਾਸ ਸਾਨੂੰ ਪਤਾ ਹੈ, ਉਹ ਘਟਾ ਦਾਂਗੇ ਤਾਂ ਕੀ ਆ ਗਿਆ? ਮਾਸ ਆਫ ਸੋਲਵੈਂਟ ਜਾਂ ਮਾਸ ਆਫ ਵਾਟਰ ਆ ਗਿਆ। ਹੁਣ ਆਪਾਂ ਨੂੰ ਕੀ ਚਾਹੀਦਾ ਹੈ? ਮੋਲੈਲਿਟੀ ਕਿਹਦੇ ਬਰਾਬਰ ਹੁੰਦੀ ਹੈ? ਨੰਬਰ ਆਫ ਮੋਲਸ ਆਫ NaCl ਡਿਵਾਈਡਡ ਬਾਈ ਮਾਸ ਆਫ ਦਾ ਸੋਲਵੈਂਟ ਇਨ ਗ੍ਰਾਮਸ। ਸਾਰੀਆਂ ਚੀਜ਼ਾਂ ਪੁੱਟ ਕਰ ਦਿਓ। ਮੋਲੈਲਿਟੀ ਆ ਗਈ, ਨੰਬਰ ਆਫ ਮੋਲਸ ਤੁਹਾਨੂੰ ਗਿਵਨ ਹੈ, ਆ ਦਿੱਤੇ ਹੀ ਹੋਏ ਹੈ। ਨੰਬਰ ਆਫ ਮੋਲਸ ਵਾਤੇ ਡਿਵਾਈਡਡ ਬਾਈ ਮਾਸ ਆਫ ਸੋਲਵੈਂਟ ਆਪਾਂ ਹੁਣੇ ਕੈਲਕੂਲੇਟ ਕੀਤਾ, ਮਲਟੀਪਲਾਈਡ ਬਾਈ 1000। ਤਾਂ ਇਹ ਤੁਹਾਡੇ ਕੋਲ ਕੀ ਆ ਗਈ? ਮੋਲੈਲਿਟੀ। ਇਹ ਕੀ ਆ ਜਾਏਗੀ? ਮੋਲੈਲਿਟੀ। Na ਮੋਲਰ ਸੋਲਿਊਸ਼ਨ। ਇਹ ਬੇਟੇ ਚੈਪਟਰ ਤੁਹਾਡਾ ਹੋ ਗਿਆ ਕੰਪਲੀਟ। ਤੁਸੀਂ ਹੁਣ ਇਹਨੂੰ ਧਿਆਨ ਨਾਲ ਸਾਰੇ ਨੂੰ ਰਿਵਾਈਜ਼ ਕਰਨਾ।